ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੀ। ਪਾਰਸਨਾਥ ਨੇ ਜਦੋਂ ਇੱਕ ਮੱਛ ਨੂੰ ਫੜਿਆ ਤੇ ਉਸ ਦਾ ਪੇਟ ਪਾੜਿਆ ਤਾਂ ਉਸ ਵਿੱਚੋਂ ਇੱਕ ਮੁਨੀ ਨਿਕਲੇ ਤੇ ਪਾਰਸ ਰਾਜੇ ਨੇ ਉਹਨਾਂ ਨੂੰ ਪੁੱਛਿਆ, ਮੁਨੀ ਜੀ ਮੈਨੂੰ ਦੱਸੋ ਉਸ ਰਾਜੇ ਦਾ ਨਾਮ ਕੀ ਹੈ ਅਤੇ ਉਹ ਕਿੱਥੇ ਰਹਿੰਦਾ ਹੈ ਜਿਸ ਨੂੰ ਜਿੱਤ ਕੇ ਮੈਂ ਚੱਕਰਵਰਤੀ ਰਾਜਾ ਖਵਾ ਸਕਦਾ ਹਾਂ। ਮੈਨੂੰ ਉਸ ਰਾਜੇ ਦਾ ਅਤੇ ਸਾਰੀ ਸੈਨਾ ਦਾ ਪਤਾ ਦੱਸੋ। ਮਛਿੰਦਰ ਬੋਲਿਆ, ਹੇ ਰਾਜਨ, ਉਸ ਦਾ ਨਾਮ ਅਵਿਵੇਕ ਹੈ ਅਤੇ ਉਹ ਤੇਰੇ ਹਿਰਦੇ ਵਿੱਚ ਵਸਦਾ ਹੈ। ਇਸ ਨੇ ਬਲ ਰਾਜੇ ਨੂੰ ਧੋਖਾ ਦਿੱਤਾ ਹੈ। ਇਸ ਨੇ ਬ੍ਰਹਮਾ ਨੂੰ ਆਪਣੇ ਕਾਬੂ ਕੀਤਾ। ਇਸ ਨੇ ਰਾਵਣ ਨੂੰ ਹਰਾਇਆ। ਸ਼ੁੰਭ ਨਿਸ਼ੁੰਭ ਮਹਿਸ਼ਾਸੁਰ ਤੇ ਮਧੂਕਿਟਵ ਤੇ ਟੁਕੜੇ ਟੁਕੜੇ ਕੀਤੇ। ਇਸ ਨੇ ਕੈਰਵਾਂ ਦਾ ਨਾਸ਼ ਕਰਵਾਇਆ। ਮੁਨੀ ਆਖਣ ਲੱਗੇ, ਹੇ ਰਾਜਨ, ਅਵਿਵੇਕ ਦਾ ਰੰਗ ਕਾਲਾ ਹੈ। ਇਸ ਦੀ ਪੁਸ਼ਾਕ ਕਾਲੀ ਹੈ, ਪਰ ਫਿਰ ਵੀ ਇਸ ਨੂੰ ਵੇਖਿਆ ਮਰਦ ਤੇ ਇਸਤਰੀ ਮੋਹੇ ਜਾਂਦੇ ਹਨ। ਇਸ ਦਾ ਕੋਚਵਾਨ ਕਾਲਾ ਹੈ। ਇਸ ਦੇ ਗਹਿਣੇ ਕਾਲੇ ਹਨ। ਰੱਥ ਦਾ ਸਾਜੋ ਸਮਾਨ ਵੀ ਕਾਲਾ ਹੈ। ਧਨੁੱਖ ਕਾਲਾ ਹੈ। ਝੂਲਣ ਵਾਲਾ ਝੰਡਾ ਵੀ ਕਾਲਾ ਹੈ। ਅਜਿਹੀ ਸੁੰਦਰਤਾ ਹੈ ਅਵਿਵੇਕ ਰਾਜੇ ਦੀ, ਜਿਸ ਨੇ ਸਾਰੇ ਸੰਸਾਰ ਨੂੰ ਜਿੱਤਿਆ ਹੈ ਅਤੇ ਆਪ ਉਹ ਅਜਿੱਤ ਹੈ। ਕੁਝ ਚਿਰ ਰੁਕ ਕੇ ਸਾਧੂ ਫਿਰ ਬੋਲਣ ਲੱਗੇ, ਹੇ ਰਾਜਨ, ਉਸ ਦਾ ਵਜ਼ੀਰ ਹੈ ਕਾਮਦੇਵ, ਜਿਸ ਦਾ ਫੁੱਲਾਂ ਦਾ ਧਨੁੱਖ ਹੈ ਅਤੇ ਭੌਰਿਆਂ ਦਾ ਕਿਲ੍ਹਾ ਹੈ। ਇਸ ਦਾ ਮੱਛੀ ਦੇ ਨਿਸ਼ਾਨੇ ਵਾਲਾ ਝੰਡਾ ਹੈ। ਉਸ ਦੇ 4 ਛੁਪੇਰੇ ਸੰਗੀਤ ਹੁੰਦਾ ਰਹਿੰਦਾ ਹੈ। ਉਸ ਦੇ ਨਾਲ ਸੁੰਦਰ ਇਸਤਰੀਆਂ ਦੀ ਸੈਨਾ ਹੁੰਦੀ ਹੈ, ਜੋ ਦੇਵਤਿਆਂ ਤੋਂ ਵੀ ਪਾਣੀ ਭਰਵਾਉਣ ਵਾਲੀ ਹੁੰਦੀ ਹੈ। ਜਿਸ ਵਿੱਚ ਇਹ ਕਾਮ ਵਜ਼ੀਰ ਗੁੱਸੇ ਵਿੱਚ ਆ ਕੇ ਹਮਲਾ ਕਰਦਾ ਹੈ, ਉਸ ਦੇ ਸਾਹਮਣੇ ਵਿਵੇਕ ਤੋਂ ਬਿਨਾਂ ਕੋਈ ਖੰਘ ਨਹੀਂ ਸਕਦਾ। ਕਾਮ ਦੇ ਇੱਕ ਪੁੱਤਰ ਦਾ ਨਾਮ ਹੈ ਬਸੰਤ। ਇਹ ਜਦੋਂ ਆਉਂਦਾ ਹੈ ਤਾਂ ਫਲ ਫੁੱਲ, ਜੀਵ ਜੰਤੂ ਅਤੇ ਧਰਤੀ ਦੇ ਕਣ ਕਣ ਵਿੱਚ ਕਾਮ ਜਾਗ ਪੈਂਦਾ ਹੈ। ਇਹ ਬੜਾ ਡਾਢਾ ਹੈ। ਜਿੱਧਰ ਜਾਂਦਾ ਹੈ ਤਬਾਹੀ ਮਚਾਈ ਜਾਂਦਾ ਹੈ। ਇਸ ਨਾਲ ਕੇਵਲ ਵਿਵੇਕ ਹੀ 2 ਹੱਥ ਕਰ ਸਕਦਾ ਹੈ। ਫਿਰ ਕਹਿਣ ਲੱਗੇ, ਰਿਸ਼ੀ, ਕਾਮਦੇਵ ਦਾ ਪੁੱਤਰ ਹੁਲਾਸ ਹੈ। ਇਹ ਜਦੋਂ ਆਉਂਦਾ ਹੈ ਤਾਂ ਇਸ ਦੇ ਨਾਲ ਹੀ ਕਾਲੀਆਂ ਘਟਾਂ ਚੜ੍ਹਦੀਆਂ ਹਨ, ਬਿਜਲੀਆਂ ਕੜਕਦੀਆਂ ਹਨ, ਡੱਡੂ ਅਤੇ ਮੋਰ ਬੋਲਦੇ ਹਨ। ਇਹ ਭਿੰਨ ਭਿੰਨ ਆਵਾਜ਼ਾਂ ਕਾਮ ਨੂੰ ਜਗਾਉਂਦੀਆਂ ਹਨ। ਇਸ ਪ੍ਰਭਾਵਸ਼ਾਲੀ ਵਾਤਾਵਰਣ ਤੋਂ ਕੇਵਲ ਵਿਵੇਕ ਹੀ ਬਚਾ ਸਕਦਾ ਹੈ। ਫਿਰ ਸਾਧੂ ਮਹਾਰਾਜ ਫਰਮਾਉਣ ਲੱਗੇ, ਕਾਮਦੇਵ ਦਾ ਤੀਸਰਾ ਪੁੱਤਰ ਹੈ ਆਨੰਦ। ਇਹ ਅਜਿੱਤ ਸੂਰਮਾ ਹੈ। ਸਾਰਿਆਂ ਨੂੰ ਪਲ ਵਿੱਚ ਕਾਬੂ ਕਰ ਲੈਂਦਾ ਹੈ। ਕੇਵਲ ਧੀਰਜ ਹੀ ਇਸ ਦਾ ਟਾਕਰਾ ਕਰ ਸਕਦੀ ਹੈ। ਫਿਰ ਸਾਧੂ ਕਹਿਣ ਲੱਗੇ, ਕਾਮਦੇਵ ਦਾ ਚੌਥਾ ਪੁੱਤਰ ਹੈ ਭਰਮ। ਇਹ ਧੂਏ ਰੰਗਾ ਹੈ। ਇਸ ਦਾ ਰਥ ਵਾਹੀ ਰਥ ਅਤੇ ਤਿੱਖੇ ਘੋੜੇ ਵੀ ਧੂਏ ਰੰਗੇ ਹਨ। ਇਸ ਦੇ ਨੈਣ ਵੀ ਧੂਏ ਦੇ, ਇਸ ਦਾ ਸਰੀਰ ਵੀ ਧੂਏ ਦਾ ਅਤੇ ਇਸ ਦੇ ਜੇਵਰ ਵੀ ਧੂਏ ਦੇ ਹੀ ਹਨ। ਇਸ ਦਾ ਮੂੰਹ ਧੂਏ ਦੀਆਂ ਕਹਿ ਕਰਦੀਆਂ ਹਨ। ਜਦੋਂ ਇਹ ਗੁੱਸੇ ਨਾਲ ਹਮਲਾ ਕਰਦਾ ਹੈ ਤਾਂ ਬੈਰੀ ਦੀ ਸਾਰੀ ਸੈਨਾ ਟੁਕੜੇ ਟੁਕੜੇ ਹੋ ਜਾਂਦੀ ਹੈ। ਇੱਕ ਹੋਰ ਸ਼ਨਾਰ ਇਸਤਰੀ ਹੈ। ਇਸ ਦਾ ਨਾਮ ਕਲਹ ਹੈ। ਇਹ ਮੌਤ ਨਾਲੋਂ ਵੀ ਭਿਆਨਕ ਹੈ। 14 ਲੋਕਾਂ ਵਿੱਚ ਇਸ ਦਾ ਸਿੱਕਾ ਚੱਲਦਾ ਹੈ। ਇਹ ਦੁਨੀਆ ਭਰ ਦੇ ਸਾਰੇ ਹਥਿਆਰ ਬੜੀ ਪੂਰਨਤਾ ਨਾਲ ਚਲਾ ਸਕਦੀ ਹੈ। ਵੱਡੇ ਵੱਡੇ ਦੇਸ਼ਾਂ ਦੇ ਰਾਜੇ ਇਸ ਦਾ ਨਾਮ ਸੁਣ ਕੇ ਕੰਬਣ ਲੱਗ ਪੈਂਦੇ ਹਨ। ਇੱਕ ਹੋਰ ਬੈਰ ਨਾਮ ਦਾ ਸੂਰਮਾ ਹੈ। ਇਹ ਅਜਿੱਤ ਹੈ ਅਤੇ ਇਸ ਨੇ ਕਦੇ ਵੀ ਕਿਸੇ ਨੂੰ ਕੰਡ ਨਹੀਂ ਦਿਖਾਈ। ਇਸ ਦੀਆਂ ਲਹੂ ਨੁਚੜਦੀਆਂ ਅੱਖਾਂ ਅਤੇ ਲਾਲ ਹੀ ਕੱਪੜੇ ਹਨ। ਸਾਰੇ ਹਥਿਆਰ ਅਤੇ ਰੰਗ ਲਹੂ ਵਰਗੇ ਲਾਲ ਹਨ। ਇਸ ਦਾ ਝੰਡਾ ਚੜ੍ਹਦੇ ਸੂਰਜ ਵਰਗਾ ਲਾਲ ਹੈ। ਇਸ ਨਾਲ ਕੇਵਲ ਸ਼ਾਂਤੀ ਸੁਭਾਅ ਦਾ ਸੂਰਮਾ ਹੀ 2 ਹੱਥ ਕਰ ਸਕਦਾ ਹੈ। ਅੱਗੇ ਰਿਸ਼ੀ ਫਰਮਾਉਣ ਲੱਗੇ, ਆਲਸ
ਧੂਏਂ ਦਾ ਰੱਥ, ਧੂਏਂ ਦਾ ਝੰਡਾ ਅਤੇ ਧੂਏਂ ਦਾ ਹੀ ਰਥਵਾਹੀ ਹੈ। ਧੂਏਂ ਦੇ ਕੱਪੜੇ ਪਾਏ ਹੋਏ ਹਨ, ਜਿਸ ਨਾਲ ਧੂੰਆਂ ਵੀ ਸ਼ਰਮਿੰਦਾ ਹੋ ਜਾਂਦਾ ਹੈ। ਧੂਏਂ ਦਾ ਧਨੁੱਖ ਹੈ ਅਤੇ ਧੂਏਂ ਦਾ ਵਿੱਚ ਤੀਰ ਖਿੱਚਿਆ ਹੋਇਆ ਹੈ। ਜਦੋਂ ਅਜਿਹੇ ਰੂਪ ਵਿੱਚ ਆਲਸ ਹਮਲਾ ਕਰਦਾ ਹੈ ਤਾਂ ਉਸ ਸਮੇਂ ਉੱਦਮ ਤੋਂ ਬਿਨਾਂ ਉਸਦੇ ਸਾਹਮਣੇ ਕੋਈ ਖੜਾ ਨਹੀਂ ਹੋ ਸਕਦਾ। ਹਰਾ ਝੰਡਾ, ਹਰਾ ਧਨੁੱਖ ਅਤੇ ਹਰੇ ਰੰਗ ਦੇ ਘੋੜੇ ਸ਼ੋਭਾ ਦੇ ਰਹੇ ਹਨ। ਉਸ ਦਾ ਰੱਥ ਹਵਾ ਦੀ ਚਾਲ ਨਾਲ ਚੱਲਦਾ ਹੈ, ਜਿਸ ਨੂੰ ਵੇਖ ਕੇ ਬਾਂਭ ਰੋਲੇ ਵੀ ਸ਼ਰਮਿੰਦੇ ਹੋ ਜਾਂਦੇ ਹਨ। ਜਿਸ ਦਿਨ ਆਪਣਾ ਘੋੜਾ ਨਚਾ ਕੇ ਮੱਧ ਨਾਮ ਸੂਰਮਾ ਅੱਗੇ ਵੱਧਦਾ ਹੈ, ਵਿਵੇਕ ਤੋਂ ਬਿਨਾਂ ਉਸ ਦੇ ਸਾਹਮਣੇ ਕੋਈ ਠਹਿਰ ਨਹੀਂ ਸਕਦਾ। ਇੱਕ ਹੋਰ ਹਰਾਮਖੋਰ ਕੁਵਿਰਤ ਉਸ ਦਾ ਯੋਧਾ ਹੈ। ਉਸ ਦਾ ਕਾਲਾ ਝੰਡਾ, ਕਾਲਾ ਕੋਚਵਾਨ, ਕਾਲੇ ਕੱਪੜੇ ਤੇ ਕਾਲੇ ਘੋੜੇ ਹਨ। ਉਸਨੇ ਕਾਲੇ ਰੰਗ ਦੀਆਂ ਸੰਜੋਈਆਂ ਪਾਈਆਂ ਹੋਈਆਂ ਹੈ। ਉਸ ਦੀ ਕਾਲੀ ਸ਼ਕਲ ਹੈ, ਕਾਲੇ ਨੈਣ ਦੁੱਖ ਰੂਪ ਕਰਨ ਵਾਲੇ ਹਨ। ਕਾਲੇ ਰੰਗ ਦੀਆਂ ਮਣੀਆਂ ਦੇ ਗਹਿਣੇ ਪਾਏ ਹੋਏ ਹਨ। ਇਹ ਵਿਹਲੜ ਅਤੇ ਹਰਾਮਖੋਰ ਸੂਰਮਾ ਜਦੋਂ ਲੜਨ ਲਈ ਮੈਦਾਨ ਵਿੱਚ ਆ ਜਾਵੇ ਤਾਂ ਧੀਰਜ ਤੋਂ ਬਿਨਾਂ ਬਾਕੀ ਦੀ ਸਾਰੀ ਸੈਨਾ ਸਿਰ ਤੇ ਪੈਰ ਰੱਖ ਕੇ ਦੌੜ ਜਾਂਦੀ ਹੈ। ਇੱਕ ਹੋਰ ਗੁਮਾਨ ਨਾਮ ਦਾ ਸੂਰਮਾ ਹੈ। ਇਸ ਨੇ ਚਮੜੇ ਦੀਆਂ ਸੰਜੋਈਆਂ ਪਹਿਨੀਆਂ ਹੋਈਆਂ ਹੈ। ਇਸ ਦਾ ਟਾਕਰਾ ਕੇਵਲ ਸੀਲ ਨਾਮ ਦਾ ਸੈਨਿਕ ਹੀ ਕਰ ਸਕਦਾ ਹੈ। ਫਿਰ ਸਾਧੂ ਕਹਿਣ ਲੱਗੇ, ਅਭਿਮਾਨ, ਇਹ ਭਾਦੋਂ ਦੇ ਮਹੀਨੇ ਦੇ ਬੱਦਲ ਵਾਂਗ ਗਰਜਦਾ ਹੈ ਅਤੇ ਬਿਜਲੀ ਵਾਂਗ ਕੜਕ ਕੇ ਤਲਵਾਰ ਕੱਢਦਾ ਹੈ। ਜਦੋਂ ਅਭਿਮਾਨ ਨਾਮੇ ਸੂਰਮਾ ਅੱਗੇ ਵੱਧਦਾ ਹੈ ਅਤੇ ਉਸ ਦਾ ਮੁਕਾਬਲਾ ਵੀ ਸ਼ੀਲ ਹੀ ਕਰਦਾ ਹੈ। ਅਨਰਥ ਜਦੋਂ ਧਨੁੱਖ ਵਾਂਗ ਗੋਲ ਸ਼ਕਲ ਹੋ ਕੇ ਲੜਦਾ ਹੈ ਤਾਂ ਉਸ ਦੇ ਸਾਹਮਣੇ ਕੋਈ ਤੱਕ ਨਹੀਂ ਸਕਦਾ। ਡਰ ਕੇ ਪਹਿਲਾਂ ਹੀ ਦੌੜ ਜਾਂਦੇ ਹਨ। ਇਸ ਤਰ੍ਹਾਂ ਅਨਰਥ ਨਾਮੇ ਯੋਧਾ ਜਦੋਂ ਘੋੜਾ ਨਚਾ ਕੇ ਅੱਗੇ ਆਉਂਦਾ ਹੈ ਤਾਂ ਕੇਵਲ ਧੀਰਜ ਹੀ ਉਸ ਦਾ ਟਾਕਰਾ ਕਰਦਾ ਹੈ। ਪੀਲੇ ਕੱਪੜੇ, ਪੀਲੀ ਪੁਸ਼ਾਕ ਅਤੇ ਪੀਲੇ ਰੱਥ ਵਾਲਾ ਪੀਲੇ ਧਨੁੱਖ ਨੂੰ ਵੇਖ ਕੇ ਕਾਮਦੇਵ ਵੀ ਸ਼ਰਮਿੰਦਾ ਹੋ ਜਾਂਦਾ ਹੈ। ਪੀਲੇ ਤੀਰ ਲੈ ਕੇ ਉਹ ਮੈਦਾਨ ਵਿੱਚ ਨਿਕਲਦਾ ਹੈ। ਉਸ ਦਾ ਟਾਕਰਾ ਕੇਵਲ ਗਿਆਨ ਹੀ ਸਾਵਧਾਨ ਹੋ ਕੇ ਕਰ ਸਕਦਾ ਹੈ। ਫਿਰ ਸਾਧੂ ਜੀ ਫਰਮਾਉਂਦੇ ਹਨ, ਨਿੰਦਿਆ, ਕੁਚੀਲ ਕੱਪੜੇ ਅਤੇ ਲਿਬੜੇ ਗਹਿਣੇ ਪਾ ਕੇ, ਸਿਰ ਉੱਪਰ ਗੰਦਾ ਤਾਜ ਪਾ ਕੇ, ਗੰਦੇ ਰਥਵਾਹੀ ਨੂੰ ਲੈ ਕੇ ਜਦੋਂ ਨਿੰਦਿਆ ਕੁਲਹਿਣੀ ਮੈਦਾਨ ਵਿੱਚ ਆਉਂਦੀ ਹੈ ਤਾਂ ਕੇਵਲ ਉਸ ਨਾਲ ਧੀਰਜ ਹੀ ਟਾਕਰਾ ਕਰਦਾ ਹੈ। ਭੁੱਖ ਤੇ ਪਿਆਸ, ਜਿਸ ਦਿਨ ਭੁੱਖ ਤੇ ਪਿਆਸ ਦਾ ਸੂਰਮਾ ਅੱਗੇ ਵੱਧਦਾ ਹੈ, ਇਹ ਸ਼ਸਤਰ ਅਤੇ ਸ਼ਸਤਰਾਂ ਦੋਹਾਂ ਵਿੱਚ ਨਿਪੁੰਨ ਹੈ ਅਤੇ ਇਸ ਦੇ ਨੈਣ ਅਤੇ ਕੱਪੜੇ ਬੜੇ ਲਾਲ ਹੁੰਦੇ ਹਨ। ਇਹ ਬੜੇ ਟੇਢੇ ਵਾਕਾਂ ਵਾਲਾ ਅਤੇ ਬੜਾ ਹੀ ਅਭਿਮਾਨੀ ਹੁੰਦਾ ਹੈ। ਇਸ ਦਾ ਮੈਦਾਨ ਵਿੱਚ ਸੰਜਮ ਹੀ ਟਾਕਰਾ ਕਰ ਸਕਦਾ ਹੈ। ਲਾਲਚ, ਚੰਚਲ ਅੱਖਾਂ ਅਤੇ ਚੰਚਲ ਪ੍ਰਭਾਵ ਵਾਲਾ ਲਾਲਚ ਜਦੋਂ ਅੱਗੇ ਆਉਂਦਾ ਹੈ ਤਾਂ ਦੇਵਤੇ ਵੀ ਮੋਹੇ ਜਾਂਦੇ ਹਨ। ਇਸ ਤਰ੍ਹਾਂ ਤੇਜ਼ ਹਵਾਵਾਂ ਸਾਰੇ ਬੱਦਲਾਂ ਨੂੰ ਉਡਾ ਦਿੰਦੀਆਂ ਹਨ। ਇਸ ਤਰ੍ਹਾਂ ਲਾਲਚ ਸਾਡੇ ਸਭ ਗੁਣਾਂ ਨੂੰ ਦੂਰ ਕਰ ਦਿੰਦਾ ਹੈ। ਫਿਰ ਰਾਜੇ ਨੂੰ ਸਮਝਾਉਣ ਲਈ ਸਾਧੂ ਜੀ ਨੇ ਆਖਿਆ, ਮੋਹ ਬਿਜਲੀ ਦੀ ਚਮਕ ਜਿੱਡਾ ਝੰਡਾ ਹੈ। ਇਸ ਦੀਆਂ ਬਾਹਾਂ ਬੜੀਆਂ ਮਜ਼ਬੂਤ ਤੇ ਸੁੰਦਰ ਹਨ। ਜਿਸ ਦਾ ਰੱਥ ਬਹੁਤ ਤੇਜ਼ ਚੱਲਦਾ ਹੈ, ਜਿਸ ਦਾ ਰੂਪ ਸੋਹਣਾ ਹੈ, ਜਿਸ ਦਾ ਬਲ ਨਹੀਂ ਮਿਣਿਆ ਜਾ ਸਕਦਾ। ਜਿਸ ਦਿਨ ਇਸ ਮੋਹ ਨਾਮੇ ਸੂਰਮੇ ਨੇ ਹਮਲਾ ਕੀਤਾ ਤਾਂ ਕੇਵਲ ਵਿਚਾਰ ਹੀ ਉਸ ਦਾ ਟਾਕਰਾ ਕਰ ਸਕਦੀ ਹੈ। ਕ੍ਰੋਧ, ਇੱਕ ਹੋਰ ਕ੍ਰੋਧ ਨਾਮ ਦਾ ਬਲੀ ਹੈ। ਉਸ ਦਾ ਰੱਥ ਵੀ ਬੜਾ ਹਵਾ ਦੇ ਵਾਂਗ ਚੱਲਦਾ ਹੈ। ਉਸ ਨੂੰ ਸਾਰੇ ਸਿਆਣੇ ਜਾਣਦੇ ਹਨ। ਉਹ ਬੜਾ ਪ੍ਰਤਾਪੀ, ਅਜਿੱਤ ਅਤੇ ਅਣਗਿਣਵੇਂ ਬਲ ਵਾਲਾ ਹੁੰਦਾ ਹੈ। ਉਹ ਸਾਰੀ ਫੌਜ ਦਾ ਕਿਲਾ ਹੈ। ਉਹ ਜਦੋਂ ਸੰਜੋਇਆ ਪਾ ਕੇ
ਧਨੁੱਖ ਲੈ ਕੇ ਤੇ ਘੋੜਾ ਛੇੜ ਕੇ ਅੱਗੇ ਵਧਦਾ ਹੈ ਤਾਂ ਸ਼ਾਂਤੀ ਤੋਂ ਬਿਨਾਂ ਹੋਰ ਕਿਸੇ ਦੇ ਪੈਰ ਨਹੀਂ ਜੰਮਦੇ। ਅਹੰਕਾਰ ਸ਼ਰਾਬੀ ਹਾਥੀ ਵਾਂਗ ਮਸਤ ਹੈ। ਇਸ ਨੇ ਹੱਥ ਵਿੱਚ ਬੜੀ ਹੀ ਭਿਆਨਕ ਤਲਵਾਰ ਫੜੀ ਹੋਈ ਹੈ। ਸਿਆਮ ਰੰਗ ਦੇ ਗਹਿਣੇ ਪਾਏ ਹੋਏ ਹਨ, ਉਹਨਾਂ ਵਿੱਚ ਨੀਲੀਆਂ ਮਣੀਆਂ ਜੜੀਆਂ ਹੋਈਆਂ ਹਨ। ਉਸਨੇ ਆਪਣੀ ਕਮਰ ਨਾਲ ਸੋਨੇ ਦੀ ਪੜਾਗੀ ਬੰਨੀ ਹੋਈ ਹੈ। ਉਹ ਵੇਖਣ ਵਿੱਚ ਐਰਾਵਤ ਹਾਥੀ ਵਾਂਗ ਪ੍ਰਤੀਤ ਹੁੰਦਾ ਹੈ। ਅਜਿਹਾ ਬਹਾਦਰ ਤੇ ਸੋਹਣਾ ਅਹੰਕਾਰ ਨਾਮੀ ਸੂਰਮਾ ਹੈ। ਇਸ ਨੇ ਸਾਰੇ ਜੱਗ ਦੇ ਜੀਵਾਂ ਨੂੰ ਜਿੱਤ ਲਿਆ ਹੈ, ਪਰ ਆਪ ਅਜਿੱਤ ਹੈ। ਧਰੋਹ ਚਿੱਟੇ ਹਾਥੀ ਤੇ ਸਵਾਰ ਤੇ ਉਸਦੇ ਚੁਪੇਰੇ ਚਿੱਟੇ ਚੌਰ ਝੁਲਦੇ ਹਨ। ਸੋਨੇ ਦੀ ਮੇਖਲੀ ਵੇਖ ਕੇ ਸਭ ਦਾ ਮਨ ਮੋਹਿਆ ਜਾਂਦਾ ਹੈ। ਸੁੰਦਰ ਅਤੇ ਕੋਮਲ ਹੱਥਾਂ ਵਿੱਚ ਬਰਸ਼ੀ ਫੜੀ ਹੋਈ ਹੈ। ਉਸਦੀ ਚਮਕ ਧਮਕ ਵੇਖ ਕੇ ਲਿਸ਼ਕਦੀ ਬਿਜਲੀ ਵੀ ਸ਼ਰਮਿੰਦੀ ਹੋ ਜਾਂਦੀ ਹੈ। ਅਜਿਹੇ ਪ੍ਰਭਾਵ ਵਾਲਾ ਧਰੋਹ ਨਾਮੇ ਸੂਰਮਾ ਹੈ ਤੇ ਜਲਾਂ ਬਲਾਂ ਅਤੇ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਰਾਜੇ ਉਸਦੀ ਈਨ ਮੰਨਦੇ ਹਨ। ਭਰਮ ਜ਼ੋਰ ਜ਼ੋਰ ਨਾਲ ਨਗਾਰਾ ਵਜਾਉਂਦਾ ਘੁੰਗਰਾਲੇ ਵਾਲਾਂ ਉੱਪਰ ਸੁੰਦਰ ਕਲਗੀ ਸਜਾ ਕੇ ਸ਼ੋਭਾ ਪਾਉਂਦਾ ਹੈ। ਲੱਕ ਨਾਲ 2 ਕਿਰਪਾਨਾਂ ਕੱਸੀਆਂ ਹੋਈਆਂ ਹਨ ਤੇ ਆਪਣੇ ਘੋੜੇ ਤੇ ਵੀ ਸੰਜੋਇਆ ਪਾਇਆ ਹੋਇਆ ਹੈ। ਉਹ ਤੇਜਵੰਤ ਅਤੇ ਅਤ ਬਲਸ਼ਾਲੀ ਹੈ। ਉਹ ਸੁੰਦਰ ਅਤੇ ਵੱਡੀਆਂ ਬਾਹਾਂ ਵਾਲਾ ਹੈ। ਉਸ ਨੂੰ ਨਾ ਕੋਈ ਤਲਵਾਰ ਕੱਟ ਸਕਦੀ ਹੈ ਅਤੇ ਨਾ ਹੀ ਤਿੱਖਾ ਨੇਜਾ ਬਿੰਨ ਸਕਦਾ ਹੈ। ਅਜਿਹਾ ਭਰਮ ਨਾਮੀ ਸੂਰਮਾ ਜਿਸ ਦਿਨ ਕ੍ਰੋਧ ਵਿੱਚ ਆ ਗਿਆ, ਉਸ ਦਿਨ ਵਿਚਾਰ ਤੋਂ ਬਿਨਾਂ ਹੋਰ ਕੋਈ ਬਚਾ ਨਹੀਂ ਸਕਦਾ। ਬ੍ਰਹਮਦੋਖ ਸੋਹਣੇ ਗਹਿਣਿਆਂ ਦੀ ਮਾਲਾ ਪਰੋਤੀ ਹੋਈ, ਪੱਗ ਤੇ ਤੇਚੇ ਵਿੱਚ ਵੀ ਹੀਰੇ ਸਜਾਏ ਹੋਏ ਹਨ। ਬੜਾ ਬਲਵਾਨ, ਅਟੱਕ, ਅਜਿੱਤ ਤੇ ਯੋਧਿਆਂ ਵਿੱਚੋਂ ਸਿਰੇ ਦਾ ਸੂਰਮਾ ਹੈ। ਕਮਰ ਨਾਲ ਕਿਰਪਾਨ ਕੱਸੀ ਹੋਈ ਹੈ, ਹੱਥਾਂ ਨਾਲ ਤੀਰਾਂ ਦੀ ਬਾਰਿਸ਼ ਕਰਦਾ ਹੈ। ਉਸਦੇ ਹਾਸੇ ਨੂੰ ਵੇਖ ਕੇ ਕੜਕਦੀ ਬਿਜਲੀ ਲਾਜ ਦੀ ਮਾਰੀ ਪਹਾੜਾਂ ਵਿੱਚ ਲੁਕ ਜਾਂਦੀ ਹੈ। ਅਜਿਹਾ ਸੂਰਮਾ ਹੈ ਬ੍ਰਹਮਦੋਖ, ਬੈਰੀ ਨੂੰ ਕੁਚਲ ਦੇਣ ਵਾਲਾ ਅਤੇ ਅਵਿਵੇਕ ਰਾਜੇ ਨੂੰ ਖੁਸ਼ ਕਰਨ ਵਾਲਾ ਹੈ। ਫਿਰ ਸਾਧੂ ਆਖਣ ਲੱਗੇ, ਝੂਠ ਮੋਰ ਰੰਗਾ ਰੱਖ ਤੇ ਮੋਰ ਰੰਗੇ ਘੋੜਿਆਂ ਵਾਲਾ, ਜਿਸ ਨੂੰ ਦੇਖ ਕੇ ਸੂਰਮੇ ਥਰ ਥਰ ਕੰਬਣ ਲੱਗ ਪੈਂਦੇ ਹਨ। ਉਹ ਅਲੌਕਿਕ ਅਤੇ ਤੇਜ ਦਾ ਪੁੰਜ ਹੈ। ਉਸ ਦੀਆਂ ਗੋਡੀਆਂ ਤੱਕ ਲੰਬੀਆਂ ਬਾਹਾਂ ਹਨ। ਹੇ ਰਾਜਨ, ਜਿਸ ਦਿਨ ਅਜਿਹਾ ਝੂਠ ਦਾ ਯੋਧਾ ਲੜਨ ਲਈ ਘੋੜਾ ਨਚਾਏਗਾ, ਸੱਚ ਤੋਂ ਬਿਨਾਂ ਉਸ ਨੂੰ ਹੋਰ ਕੋਈ ਠੱਲ ਨਹੀਂ ਪਾ ਸਕਦਾ। ਜਿਸ ਦਾ ਰੱਥ ਅਤੇ ਘੋੜਾ ਵੀ ਡੱਬ ਖੜੱਬੇ ਹਨ, ਝੰਡਾ ਵੀ ਡੱਬ ਖੜੱਬਾ ਹੈ। ਉਸਦੇ ਕੱਪੜੇ ਵੀ ਕਾਲੇ ਤੇ ਚਿੱਟੇ ਹਨ, ਜਿਨ੍ਹਾਂ ਨੂੰ ਵੇਖ ਕੇ ਸੁਰ ਨਰ ਅਤੇ ਮੁਨੀ ਸ਼ਰਮਾ ਜਾਂਦੇ ਹਨ। ਚਿੱਟ ਕੱਪੜਾ ਰਥਵਾਹੀ ਉਸਦੇ ਚਿੱਟ ਕੱਪੜੇ ਪਾਏ ਹੋਏ ਹਨ। ਸੋਨੇ ਦੀ ਜੰਜੀਰ ਨਾਲ ਕੇਸ ਸਜਾਏ ਹੋਏ ਹਨ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਰਾਜਾ ਇੰਦਰ ਹੋਵੇ। ਹੇ ਰਾਜਨ, ਅਜਿਹੇ ਬਲਵਾਨ ਅਤੇ ਸੂਰਮਾ ਮਿਥਿਆ ਨਾਮ ਦਾ ਹੈ। ਜਿਤਨੇ ਹੀ ਸਾਰੇ ਸੰਸਾਰ ਵਿੱਚ ਜੀਵ ਹਨ, ਸਭ ਇਸ ਨੇ ਜਿੱਤ ਕੇ ਆਪਣੇ ਅਧੀਨ ਕੀਤੇ ਹੋਏ ਹਨ। ਚਿੰਤਾ ਉਸਦੇ ਸੁੰਦਰ ਨੈਣ ਵੇਖ ਕੇ ਬਸੰਤ ਰਾਜਾ ਵੀ ਨਮਸਕਾਰ ਕਰਦਾ ਹੈ। ਇਹ ਪਾਰਸਨਾਥ ਅਜਿਹੇ ਲੰਮਿਆਂ ਬਾਲਾਂ ਵਾਲੀ ਅਤੇ ਅਤ ਔਖਾ ਜਿੱਤੇ ਜਾਣ ਵਾਲੀ ਚਿੰਤਾ ਨਾਮ ਦਾ ਸੂਰਮਾ ਹੈ। ਇਸ ਦਾ ਸਰੀਰ ਕਦੇ ਨਾਸ਼ ਨਹੀਂ ਹੁੰਦਾ। ਇਹ ਨਿਰਭੈ, ਬਹਾਦਰ ਤੇ ਬੜਾ ਤੇਜਵਾਨ ਹੈ। ਲਾਲ ਹੀਰਿਆਂ ਦੇ ਜਿਸ ਨੇ ਸਿਰ ਉੱਪਰ ਹਾਰ ਸਜਾਏ ਹੋਏ ਹਨ, ਜਿਸ ਦਾ ਪਹਾੜ ਜਿੱਡਾ ਹਾਥੀ ਸੋਨੇ ਦੇ ਸੰਗਲਾਂ ਨਾਲ ਬੱਧਾ ਅਤੇ ਸਜਾਇਆ ਹੋਇਆ ਹੈ। ਹੇ ਰਾਜਨ, ਇਹ ਸੂਰਮੇ ਦਾ ਨਾਮ ਦਲਿੱਦਰ ਹੈ। ਉਸ ਦੇ ਸਾਹਮਣੇ ਆ ਕੇ ਅੱਜ ਤੱਕ ਕੋਈ ਉਸ ਨੂੰ ਜਿੱਤ ਨਹੀਂ ਸਕਿਆ। ਸ਼ੰਕਾ
ਜਿਸ ਨੇ ਸਿਲਮੇ ਸਿਤਾਰੇ ਨਾਲ ਕੱਢੇ ਹੋਏ ਕੱਪੜੇ ਪਾਏ ਹੋਏ ਹਨ ਅਤੇ ਬੜੇ ਹੀ ਸੁੰਦਰ ਘੋੜੇ ਉੱਪਰ ਸਵਾਰ ਹੈ। ਉਸ ਦੀ ਸੁੰਦਰਤਾ ਝੱਲੀ ਨਹੀਂ ਜਾਂਦੀ ਅਤੇ ਉਸ ਦਾ ਸਰੀਰ ਪਵਿੱਤਰ ਅਤੇ ਕੁਆਰਾ ਹੈ। ਉਹ ਮਹਾਂਸੂਰਮਾ ਹੈ ਅਤੇ ਉਸ ਦੀਆਂ ਨਾੜਾਂ ਵਿੱਚ ਬਹਾਦਰ ਖੱਤਰੀਆਂ ਦਾ ਲਹੂ ਹੈ। ਉਸ ਨੂੰ ਆਪਣੇ ਬਹਾਦਰ ਘਰਾਣੇ ਉੱਪਰ ਮਾਣ ਹੈ। ਇਹ ਵੀ ਫਿਕਰ ਹੈ ਕਿ ਮੇਰੀ ਕਿਸੇ ਕਮਜ਼ੋਰੀ ਕਰਕੇ ਸਾਰਾ ਖਾਨਦਾਨ ਬਰਬਾਦ ਨਾ ਹੋ ਜਾਵੇ। ਹੇ ਰਾਜਨ, ਇਹ ਸ਼ੰਕਾ ਨਾਮ ਦਾ ਸਭ ਤੋਂ ਵੱਡਾ ਯੋਧਾ ਹੈ। ਭੂਰੇ ਰੰਗ ਦੇ ਰੱਥ ਅੱਗੇ ਘੋੜੇ ਜੋੜੇ ਹੋਏ ਹਨ। ਕਦੇ ਨਾ ਜ਼ਖਮ ਖਾਣ ਵਾਲਾ ਅਤੇ ਕਦੇ ਨਾ ਘੋੜੇ ਤੋਂ ਡਿੱਗਣ ਵਾਲਾ ਸੂਰਮਾ ਸਵਾਰ ਹੈ। ਵੈਰੀ ਦੀ ਮੌਤ ਦਾ ਉਸਨੇ ਰੂਪ ਧਾਰਿਆ ਹੋਇਆ ਹੈ। ਉਸ ਦਾ ਸਰੀਰ ਪ੍ਰਕਾਸ਼ ਰੂਪ ਹੈ। ਹੇ ਰਾਜਨ, ਇਸ ਰਾਜੇ ਦਾ ਨਾਮ ਅਸੋਭ ਹੈ ਅਤੇ ਇਸ ਨੂੰ ਸਾਰੀ ਤ੍ਰਿਲੋਕੀ ਜਾਣਦੀ ਹੈ। ਇਹ ਰਾਜਨ, ਵਿਚਾਰਾਂ ਵਿਵੇਕ ਵੀ ਇਸ ਤੋਂ ਡਰ ਮੰਨਦੀਆਂ ਹਨ। ਅਸੰਤੁਸ਼ਟ, ਇਸ ਦੇ ਰੱਥ ਅੱਗੇ ਕਾਲੇ ਘੋੜੇ ਸ਼ੋਭਾ ਪਾ ਰਹੇ ਹਨ। ਉਹ ਬੜਾ ਬਲਵਾਨ ਅਤੇ ਅਜਿੱਤ ਸੂਰਮਾ ਹੈ। ਹੇ ਰਾਜਨ, ਉਸ ਦਾ ਨਾਮ ਅਸੰਤੁਸ਼ਟ ਹੈ। ਹੇ ਰਾਜਨ, ਕਿੰਨਾਂ ਲੋਕਾਂ ਵਿੱਚ ਇਸ ਦਾ ਸਹਿਮ ਛਾਇਆ ਹੋਇਆ ਹੈ। ਅਨਾਸ ਊਚ, ਮੱਖੀ ਨਾ ਬੈਠਣ ਦੇਣ ਵਾਲਾ ਘੋੜੇ ਉੱਪਰ ਸਵਾਰ ਹੈ। ਸਿਰ ਉੱਪਰ ਅਜਿੱਤ ਅਤੇ ਅਝੁੱਕ ਕਲਗੀ ਲੱਗੀ ਹੋਈ ਹੈ। ਇਸ ਦੇ ਸਿਰ ਉੱਪਰ ਜਿੱਤ ਸੋਭਦੀ ਵੇਖ ਕੇ ਚੰਦ ਈਰਖਾ ਕਰਦਾ ਸੜਦਾ ਹੈ। ਹੇ ਰਾਜਨ, ਇਸ ਯੋਧੇ ਦਾ ਨਾਮ ਅਨਾਥ ਊਚ ਹੈ। ਇਹ ਵੀ ਛਤਰਧਾਰੀ ਹੈ। ਚਿੱਟੇ ਰੱਥ ਅਤੇ ਚਿੱਟੇ ਘੋੜਿਆਂ ਵਾਲਾ ਤੇ ਜਿਸ ਦੇ ਸਿਰ ਉੱਪਰ ਅਜਿੱਤ ਹੋਣ ਦੀ ਕਲਗੀ ਸੋਭ ਰਹੀ ਹੈ। ਜੇ ਇੰਦਰ ਦੇ ਘੋੜੇ ਇਸ ਦੇ ਘੋੜਿਆਂ ਨੂੰ ਵੇਖ ਲੈਣ ਤਾਂ ਹੀਨ ਭਾਵ ਅਨੁਭਵ ਕਰਨਗੇ। ਉਹ ਵੀ ਆਪਣੀਆਂ ਨਜ਼ਰਾਂ ਨੀਵੀਆਂ ਕਰ ਲੈਣਗੇ। ਹੇ ਰਾਜਨ, ਇਸ ਹਠੀਲੇ ਤੇ ਦ੍ਰਿੜ ਸੂਰਮੇ ਦਾ ਨਾਮ ਹਿੰਸਾ ਹੈ। ਇਹ ਭਾਰੇ ਜੰਗਾਂ ਵਿੱਚ ਲੜਨ ਵਾਲਾ ਅਜਿੱਤ ਸੂਰਮਾ ਹੈ। ਕੁਮੱਤ, ਇਹ ਮਹਾਬਲਵਾਨ ਯੋਧਾ ਸਾਰੇ ਜਲਾਂ ਥਲਾਂ ਨੂੰ ਜਿੱਤਣ ਵਾਲਾ ਹੈ। ਕਬੂਤਰ ਰੰਗੇ ਘੋੜੇ ਉੱਤੇ ਸਵਾਰ, ਉੱਤੇ ਵੱਡੀ ਚੋਹ ਪਹਿਨੀ ਅਤੇ ਢਾਲ ਫੜੀ ਹੋਈ ਹੈ। ਹੇ ਰਾਜਨ, ਇਹ ਲੱਜਾ ਨਾਮ ਦਾ ਸੂਰਮਾ ਹੈ। ਫਟੇ ਅਤੇ ਗੰਦਿਆਂ ਕੱਪੜਿਆਂ ਵਾਲਾ ਇੱਕ ਦਰਿਦਰੀ ਹੈ। ਉਸ ਦੀ ਉਪਦਰਵੀ ਨੇ ਝੰਡੇ ਵੀ ਫਟੇ ਹੋਏ ਹਨ। ਇਹ ਮਹਾਨ ਅਤੇ ਭਿਆਨਕ ਸੂਰਮਾ ਚੋਰੀ ਹੈ। ਇਸ ਦਾ ਪ੍ਰਤਾਪ ਇਤਨਾ ਹੈ ਕਿ ਉਸ ਨੂੰ ਵੇਖ ਕੇ ਖੁਰਕ ਖਾਧਾ ਕੁੱਤਾ ਵੀ ਸ਼ਰਮ ਮਹਿਸੂਸ ਕਰਦਾ ਹੈ। ਇੱਕ ਹੋਰ ਲੀਰਾਂ ਦਾ ਬੁੱਕ ਪਹਿਨਣ ਵਾਲਾ ਯੋਧਾ ਹੈ। ਸਿਰ ਉੱਪਰ ਅੱਧ ਸੜੀ ਅਤੇ ਅੱਧ ਝੁਲਸੀ ਪੱਗ ਵੱਜੀ ਹੋਈ ਹੈ। ਹੇ ਰਾਜਨ, ਇਹ ਮਹਾਨ ਯੋਧਾ ਮਾਰੂਸਾਨ ਉੱਪਰ ਸਵਾਰ ਹੈ ਅਤੇ ਇਸ ਦਾ ਨਾਮ ਅਵਿਚਾਰ ਹੈ। ਇਹ ਕਾਲਾ ਦੂਤ ਹੈ, ਕੇਵਲ ਇਸ ਦਾ ਸਿਰ ਹੀ ਚਿੱਟਾ ਹੈ। ਇਸ ਦਾ ਇੱਕ ਰੱਥ ਹੈ ਪਰ ਉਸ ਅੱਗੇ ਅਨੇਕਾਂ ਖੁੱਤੇ ਜੋੜੇ ਹੋਏ ਹਨ। ਇਸ ਦਾ ਝੰਡਾ ਕਾਲਾ ਹੈ। ਇਸ ਦੀਆਂ ਬਾਹਾਂ ਭਿਆਨਕ ਹਨ। ਉਸ ਦੇ ਹੱਥ ਵਾਲਾ ਤੀਰ ਇੱਕ ਨਾ ਸੁੱਕਣ ਵਾਲਾ ਲਹੂ ਦਾ ਖੂਹ ਹੈ। ਸਵਾਮੀ ਘਾਤ ਅਤੇ ਅਕ੍ਰਿਤ ਕਣ ਨਾਮ ਦੇ ਦੋ ਹੋਰ ਸੂਰਮੇ ਹਨ। ਦੁਸ਼ਮਣ ਦੀ ਸੈਨਾ ਨੂੰ ਬਰਬਾਦ ਕਰਨ ਵਾਲਾ ਕਿਹੜਾ ਹੈ? ਮਾਂ ਦਾ ਲਾਲ, ਜਿਸ ਨੇ ਆਪਣੀ ਮਾਂ ਦਾ ਦੁੱਧ ਪੀਤਾ ਹੋਵੇ ਅਤੇ ਫਿਰ ਇਸ ਦਾ ਮਾਣ ਅਤੇ ਸਤਿਕਾਰ ਨਾ ਕਰੇ। ਇਸ ਦਾ ਨਾਂ ਪ੍ਰਤਾਪ ਵੇਖ ਕੇ ਸੂਰਮੇ ਉਦਾਸ ਹੋ ਕੇ ਦੌੜ ਜਾਂਦੇ ਹਨ। ਮਿੱਤਰ ਦੋਖ ਅਤੇ ਰਾਜ ਦੋਖ, ਇਹ ਦੋਵੇਂ ਸਕੇ ਭਰਾ ਹਨ। ਇਹ ਇੱਕੋ ਹੀ ਖਾਨਦਾਨ ਦੇ 9 ਨਿਹਾਲ ਹਨ ਅਤੇ ਇਹਨਾਂ ਦੀ ਮਾਂ ਵੀ ਇੱਕ ਹੈ। ਇਹ ਪੂਰੇ ਖੱਤਰੀ ਹਨ। ਜਿੱਧਰ ਵੀ ਜਾਂਦੇ ਹਨ ਇੱਕ ਝਟਕਾ ਮਾਰ ਕੇ ਬੈਰੀ ਨੂੰ ਜਿੱਤ ਲੈਂਦੇ ਹਨ। ਈਰਖਾ ਅਤੇ ਉਲਾਟ, ਇਹ ਹੋਰ 2 ਜੰਗੀ ਸੂਰਮੇ ਹਨ। ਇਹਨਾਂ ਨੂੰ ਵੇਖ ਕੇ ਬੈਰੀ ਦੌੜ ਜਾਂਦੇ ਹਨ ਤੇ ਇਹਨਾਂ ਦੀ ਸੁੰਦਰਤਾ ਵੇਖ ਕੇ ਅਫਸਰਾਂ ਵੀ ਲੋਟ ਹੋ ਜਾਂਦੀਆਂ ਹਨ। ਇਹਨਾਂ ਦੇ ਸਾਹਮਣੇ ਕੋਈ ਨਹੀਂ ਠਹਿਰ ਸਕਦਾ।
ਵੱਡੇ ਵੱਡੇ ਸੂਰਮੇ ਮੂੰਹ ਵਿੱਚ ਘਾਹ ਲੈ ਕੇ ਦੌੜ ਜਾਂਦੇ ਹਨ। ਅਖੀਰ ਸਾਧੂ ਆਖਣ ਲੱਗੇ, ਹੇ ਰਾਜਨ, ਜਦੋਂ ਇਹ ਸਾਰੇ ਸੂਰਮੇ ਸੂਰਜ ਵਾਂਗ ਚੜ੍ਹਦੇ ਹਨ, ਸੂਰਜ ਦੀਆਂ ਕਿਰਨਾਂ ਵਾਂਗ ਰਣ ਤੱਤੇ ਨੂੰ ਪਾਉਣਗੇ, ਫਿਰ ਉਹਨਾਂ ਅੱਗੇ ਕਿਹੜਾ ਮਾਈ ਦਾ ਲਾਲ ਖੜਾ ਹੋਵੇਗਾ। ਤੇਰੇ ਸੈਨਿਕ ਅਤੇ ਸੈਨਾ ਨਾਇਕ ਉੱਥੇ ਹੀ ਹਥਿਆਰ ਸੁੱਟ ਕੇ ਦੌੜ ਜਾਣਗੇ ਤੇ ਉਹਨਾਂ ਨੂੰ ਦੌੜਦਿਆਂ ਨੂੰ ਦੌੜਨ ਦਾ ਰਾਹ ਵੀ ਨਹੀਂ ਲੱਭੇਗਾ। ਇਸ ਨੇ ਅਰਜ਼ ਕੀਤੀ, ਮਹਾਰਾਜ ਜੀ, ਇਹਨਾਂ ਤੋਂ ਬਚਣ ਵਾਸਤੇ ਕਿਸ ਸਾਧਨ ਅਥਵਾ ਸ਼ਾਸਤਰ ਦੀ ਲੋੜ ਹੈ, ਜਿਸ ਕਰਕੇ ਇਹਨਾਂ ਵਿਕਾਰਾਂ ਦਾ ਬਲ ਪੈ ਹੀ ਨਾ ਸਕੇ। ਸਾਧੂ ਮਹਾਰਾਜ ਬੋਲੇ, ਹੇ ਰਾਜਨ, ਸਤਿਗੁਰੂ ਜੀ ਵੀ ਉਹ ਫਰਮਾਨ ਕਰਦੇ ਹਨ ਜੋ ਭਗਤ ਕਬੀਰ ਜੀ ਦੀ ਰਚਨਾ ਦੁਆਰੇ ਦੱਸਦੇ ਹਨ। ਅਸਥੂਲ ਸਰੀਰ ਕਿਲੇ ਦੇ ਅਨੇਕ ਪ੍ਰਕਾਰ ਦੀ ਜੋ ਕਾਮਨਾ ਹੈ, ਇਹ ਤਖਤੇ ਲੱਗੇ ਹੋਏ ਹਨ। ਦੁੱਖ ਤੇ ਸੁੱਖ ਇਹਦੇ ਦਰਬਾਰੀ ਹਨ, ਜਿਹੜੇ ਜੀਵ ਨੂੰ ਅੱਗੇ ਲੰਘਣ ਨਹੀਂ ਦਿੰਦੇ। ਪਾਪ ਤੇ ਪੁੰਨ ਇਹ ਦਰਵਾਜ਼ੇ ਹਨ ਤੇ ਇਸ ਅਸਥੂਲ ਦੇ ਰੂਪ ਕਿਲੇ ਵਿੱਚ ਮਨ ਵੱਡਾ ਆਪੀ ਰਾਜਾ ਹੈ, ਅਤੇ ਜੋ ਬੜਾ ਡੰਡ ਰੌਲਾ ਪਾਉਂਦਾ ਅਤੇ ਕ੍ਰੋਧ ਕਰਦਾ ਹੈ, ਇਹ ਉਸ ਮਨ ਰੂਪ ਰਾਜੇ ਦਾ ਸ਼੍ਰੋਮਣੀ ਵਜ਼ੀਰ ਹੈ। ਇਸ ਮਨ ਰੂਪੀ ਰਾਜੇ ਨੇ ਵਿਵੇਕ ਰੂਪ ਰਾਜੇ ਦੇ ਸ਼ਸਤਰਾਂ ਤੋਂ ਬਚਾਓ ਤੋਂ ਵਿਸ਼ੇ ਸਵਾਦਾਂ ਰੂਪੀ ਸੰਜੋ ਪਹਿਨੀ ਹੋਈ ਹੈ, ਅਤੇ ਮਮਤਾ ਰੂਪੀ ਟੋਪੀ ਸਿਰ ਤੇ ਰੱਖੀ ਹੋਈ ਹੈ। ਖੋਟੀ ਬੁੱਧੀ ਰੂਪ ਕਮਾਨ ਚੜਾਈ ਹੋਈ ਹੈ। ਤ੍ਰਿਸ਼ਨਾ ਰੂਪ ਤੀਰ ਭਰੇ ਹੋਏ ਹਨ। ਹੁਣ ਅਖੀਰ ਰਾਜੇ ਨੂੰ ਆਪਣੀ ਆਤਮਾ ਦਾ ਗਿਆਨ ਹੋ ਗਿਆ। ਸਾਧੂ ਦੇ ਦਿੱਤੇ ਹੋਏ ਉਪਦੇਸ਼ ਤੇ ਚੱਲਦਿਆਂ ਹੋਇਆਂ ਰਾਜੇ ਨੇ ਆਪਣੇ ਅੰਦਰ ਦੀਆਂ ਬੁਰਾਈਆਂ ਤੇ ਫਤਿਹ ਪਾ ਲਈ ਤੇ ਸਾਧੂ ਅੱਗੇ ਡੰਡੋਤ ਵੰਦਨਾ ਕਰਕੇ ਆਖਿਆ ਕਿ ਮਹਾਰਾਜ, ਤੁਸੀਂ ਮੈਨੂੰ ਆਪਣੇ ਅੰਦਰਲੇ ਕਿਲੇ, ਆਪਣੇ ਅੰਦਰਲੇ ਅਭਿਮਾਨੀ ਰਾਜੇ ਨੂੰ ਜਿੱਤਣ ਦਾ ਬਹੁਤ ਵਧੀਆ ਮਾਰਗ ਦੱਸਿਆ ਹੈ। ਤੁਸੀਂ ਮੈਨੂੰ ਆਤਮਿਕ ਸੱਚ ਦਾ ਗਿਆਨ ਕਰਵਾਇਆ ਹੈ। ਮੈਂ ਤਾਂ ਇਸ ਸੰਸਾਰ ਨੂੰ ਜਿੱਤ ਕੇ ਝੂਠੇ ਭਰਮ ਵਿੱਚ ਹੀ ਫਸ ਗਿਆ ਸੀ ਕਿ ਸਭ ਤੋਂ ਵੱਡਾ ਰਾਜਾ ਮੈਂ ਹਾਂ, ਪਰ ਮੇਰੇ ਅੰਦਰਲੇ ਜੋ ਅਹੰਕਾਰੀ ਅਭਿਮਾਨੀ ਸੂਰਮੇ ਸਨ, ਉਹ ਤੁਸੀਂ ਹੀ ਮੈਨੂੰ ਜਿੱਤਣ ਦਾ ਰਾਹ ਦੱਸਿਆ ਹੈ। ਇਸ ਤਰ੍ਹਾਂ ਹੁਣ ਰਾਜਾ ਸਤ ਤੇ ਸੰਤੋਖ ਦੀ ਪੂੰਜੀ ਲੈ ਕੇ ਆਪਣੀ ਸੈਨਾ ਨੂੰ ਸ਼ਾਂਤ ਅਤੇ ਧਰਮ ਨਾਲ ਰਾਜ ਕਰਨ ਦਾ ਉਪਦੇਸ਼ ਦਿੰਦਾ ਹੋਇਆ ਵਾਪਸ ਚਲਾ ਗਿਆ ਤੇ ਸਾਧੂ ਨੇ ਉਸ ਨੂੰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।